ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੇ ਹਾਂ ਤੁਹਾਡੇ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ। ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ। ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ। ਦਿਨ ਵਿੱਚ ਦੋ ਵਾਰ ਅੱਡੀਆਂ ਕੂਚਦੀ, ਆਪਣੇ ਆਪ ਨੂੰ ਸੰਵਾਰ ਸ਼ਿੰਗਾਰ ਕੇ ਰੱਖਣ ਵਾਲੀ ਜੀਤੋ ਦਿਹਾੜੀ 'ਚ ਪਤਾ ਨਹੀਂ ਕਿੰਨੀ ਕੁ ਵਾਰ ਸ਼ੀਸ਼ੇ 'ਚ ਖੁਦ ਨੂੰ ਨਿਹਾਰਦੀ। ਸੋਹਣੀ ਸੁਨੱਖੀ ਤਾਂ ਵਾਧੂ ਸੀ, ਪਰ ਮੂੰਹ ਫੱਟ ਹੋਣ ਕਰਕੇ ਸਾਰੇ ਅੜਬਣੀ ਕਹਿੰਦੇ ਸੀ। ਘਰ ਦੇ ਕੰਮਾਂ 'ਚ ਨਿਪੁੰਨ ਹੋਣ ਕਰਕੇ ਰਿਸ਼ਤੇ 'ਚ ਲੱਗਦੀ ਤਾਈ ਨੇ ਸਾਕ ਕਰਵਾ ਦਿੱਤਾ। ਮੰਗੀ ਨੂੰ ਸਾਲ ਹੋ ਗਿਆ। ਉਸ ਨੇ ਬੜੇ ਚਾਅ ਨਾਲ ਹਰ ਨਮੂਨੇ ਦੀਆਂ ਦਰੀਆਂ, ਚਾਦਰਾਂ ਤੇ ਹੱਥੀਂ ਤਿਆਰ ਕਰਕੇ ਦੱਬ ਪੇਟੀ ਭਰ ਲਈ। ਕਿਸੇ ਨੂੰ ਹੱਥ ਨਾ ਲਾਉਣ ਦਿੰਦੀ। ਦੋਵੇਂ ਵਕਤ ਗੁਰੂ ਘਰ ਜਾਂਦੀ। ਵੀਰਵਾਰ ਨੂੰ ਪੀਰਾਂ ਦੇ ਚਿਰਾਗ 'ਚ ਤੇਲ ਪਾਉਣ ਵੀ ਨਾ ਭੁੱਲਦੀ। ਉਦੋਂ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਨੂੰ ਵੇਖਣ ਦਾ ਰਿਵਾਜ ਨਹੀਂ ਸੀ। ਮੁੰਡੇ ਨੂੰ 20 ਕਿੱਲੇ ਪੈਲੀ ਆਉਂਦੀ ਸੀ ਤੇ ਉੱਪਰੋਂ ਕੋਈ ਮੰਗ ਵੀ ਨਹੀਂ ਸੀ। ਇੱਕ ਭੈਣ ਸੀ ਤੇ ਉਹ ਵੀ ਵਿਆਹੀ ਹੋਈ। ਫੱਗਣ ਦਾ ਵਿਆਹ ਰੱਖ ਦਿੱਤਾ। ਸਾਰਾ ਕੁਝ ਸੁੱਖੀ ਸਾਂਦੀ ਨਿਬੜ ਗਿਆ। ਵਿਆਹ ਤੋਂ ਹਫ਼ਤੇ ਬਾਅਦ ਨਿੱਕਾ ਭਰਾ ਲੈਣ ਆ ਗਿਆ। ਉਹ ਪਹਿਲਾਂ ਹੀ ਲੀੜੇ ਬੰਨ੍ਹੀ ਬੈਠੀ ਸੀ। ਮੂੰਹ 'ਤੇ ਕੋਈ ਰੌਣਕ ਨਾ ਹੋਣ ਕਰਕੇ ਬਿਨਾਂ ਕੋਈ ਗੱਲ ਕੀਤੇ ਉਹ ਸਮਝ ਗਿਆ ਕਿ ਕੋਈ ਗੜਬੜ ਹੈ। ਕੁਝ ਦਿਨ ਬਾਅਦ ਸੱਸ ਤੇ ਨਨਾਣ ਕਿਰਾਏ 'ਤੇ ਗੱਡੀ ਕਰਕੇ ਉਸ ਨੂੰ ਪੇਕੇ ਘਰੋਂ ਲੈਣ ਆ ਗਈਆਂ। ਪਰ ਜੀਤੋ ਪੇਟੀਆਂ ਵਾਲੇ ਕਮਰੇ ਵਿੱਚ ਆਪਦਾ ਹੀ ਕਲੇਸ਼ ਪਾ ਕੇ ਬੈਠ ਗਈ ਤੇ ਅੱਖਾਂ 'ਚੋਂ ਪਾਣੀ ਸੁੱਟਦੀ ਬੋਲੀ ਕਿ ਮੈਂ ਉਸ ਦੇ ਨਹੀਂ ਜਾਣਾ। ਕਿਸੇ ਖੂਹ ਖਾਤੇ 'ਚ ਸੁੱਟ ਦੇਵੋ, ਮਰਨਾ ਮਨਜ਼ੂਰ ਹੈ, ਪਰ ਉੱਥੇ ਨਹੀਂ ਜਾਣਾ। ਮਾਂ ਕਦੇ ਚੁੰਨੀ ਨਾਲ ਉਸ ਦਾ ਮੂੰਹ ਬੰਦ ਕਰੇ ਤੇ ਕਦੇ ਉਸ ਦੇ ਪੈਰੀਂ ਹੱਥ ਲਾ ਕੇ ਮਿੰਨਤਾਂ ਕਰੇ। ਤਾਈ ਨੂੰ ਬੁਲਾਇਆ ਗਿਆ ਜਿਸ ਨੇ ਰਿਸ਼ਤਾ ਕਰਵਾਇਆ ਸੀ। ਉਸ ਨੇ ਵੀ ਸਮਝਾਇਆ ਕਿ ਗੱਲ ਤਾਂ ਦੱਸ, ਕੀ ਘੱਟ ਹੈ ਉੱਥੇ? ਰਾਜ ਕਰੇਂਗੀ ਤੂੰ, ਧਰ ਭੁੱਲੇਂਗੀ। 5 ਕਰੀ 50 ਕਰੀ, ਕਿਸੇ ਨੇ ਨਹੀਂ ਪੁੱਛਣਾ ਤੈਨੂੰ। ਖਾਂਦਾ ਨਹੀਂ ਪੀਂਦਾ ਨਹੀਂ ਮੁੰਡਾ। ਰੋਂਦੀ ਹੋਈ ਜੀਤੋ ਤਾਈ ਨੂੰ ਖਿੱਚ ਕੇ ਬੋਲ ਪਈ, ਫਿਰ ਆਪਦੀ ਧੀ ਤੋਰ ਦੇ, ਮੈਂ ਨਹੀਂ ਜਾਣਾ ਉੱਥੇ। ਪਰ ਆਖਰ ਜੀਤੋ ਆਪਦੀ ਅੜੀ ਪੁਗਾ ਗਈ। ਉਹ ਖਾਲੀ ਗੱਡੀ ਲੈ ਕੇ ਮੁੜ ਗਈਆਂ। ਉਸਦੀ ਸੱਸ ਤੇ ਨਣਦ। ਬੰਦਿਆਂ ਦੇ ਕੰਨੀ ਸਾਰੀ ਗੱਲ ਪਹੁੰਚ ਗਈ। ਪੰਚਾਇਤਾਂ ਬੈਠੀਆਂ, ਫੈਸਲਾ ਹੋਇਆ। ਜੀਤੋ ਨੇ ਕਦੇ ਕਿਸੇ ਨੂੰ ਵਜ੍ਹਾ ਨਾ ਦੱਸੀ ਵੀ ਆਖਰ ਵਜ੍ਹਾ ਕੀ ਹੈ, ਪਰ ਲੋਕਾਂ ਨੇ ਆਪਣੀ ਆਪਣੀ ਸਮਝ ਨਾਲ ਵਜ੍ਹਾ ਬਣਾ ਲਈ। ਸਮਾਨ ਜੀਤੋ ਦਾ ਨਾਨਕੇ ਪਹੁੰਚਾ ਦਿੱਤਾ ਗਿਆ। ਪੇਟੀ ਦਾ ਮੋਹ ਜੀਤੋ ਨੂੰ ਨਾਨਕੇ ਲੈ ਗਿਆ। ਜਦੋਂ ਉਸਦੀ ਪੇਟੀ ਉਸਦੇ ਨਾਨਕੇ ਘਰ ਗਈ ਤਾਂ ਆਪ ਵੀ ਨਾਨਕੇ ਹੀ ਚਲੀ ਗਈ। 6 ਮਹੀਨੇ ਹੋ ਗਏ ਸੀ ਉਸਨੂੰ ਨਾਨਕੇ ਘਰ ਬੈਠੀ ਨੂੰ। ਕੰਮ ਧੰਦਾ ਵੀ ਕਰਾ ਦਿੰਦੀ ਭਰਜਾਈਆਂ ਨਾਲ, ਪਰ ਕਦੇ ਮਿੱਡੀਆਂ ਕਰਕੇ ਗੁੱਤ ਕਰਦੀ, ਕਦੇ 2 ਖੰਜੂਰੀ ਗੁੱਤਾਂ। ਆਪਣੇ ਆਪ ਨੂੰ ਸੰਵਾਰਨਾ ਕਦੇ ਨਾ ਭੁੱਲਦੀ। ਉਸ ਦਾ ਰੰਗ ਰੂਪ ਦੇਖ ਭਾਬੀਆਂ ਵੀ ਸਾੜਾ ਕਰਦੀਆਂ, ਬੁੱਲ੍ਹ ਟੇਰਦੀਆਂ ਉਸਦੇ ਵੱਲ। ਗਵਾਂਢੀਆਂ ਦੀ ਬਹੂ ਨੇ ਆਪਣੇ ਭਰਾ ਲਈ ਜੀਤੋ ਦੀ ਮਾਮੀ ਕੋਲ ਗੱਲ ਕੀਤੀ। ਮਾਮੀ ਨੇ ਇੱਕ ਟੁਕ 'ਚ ਗੱਲ ਮੁਕਾ ਦਿੱਤੀ ਕਿ ਕੁੜੀ ਨੂੰ ਮੁੰਡਾ ਦਿਖਾ ਦੇ, ਨਖਰਾ ਉੱਚਾ ਪਈ ਕੁੜੀ ਦਾ। ਦੂਜੇ ਹੀ ਦਿਨ ਗਵਾਂਢੀਆਂ ਦੀ ਬਹੂ ਨੇ ਆਪਦਾ ਭਰਾ ਸੱਦ ਲਿਆ। ਜੀਤੋ ਨਾਲ ਗੱਲਬਾਤ ਕੀਤੀ ਤੇ ਉਸਨੇ ਸਾਫ਼ ਨਾਂਹ ਕਰ ਦਿੱਤੀ। ਪਰ ਕੋਠੇ 'ਤੇ ਕੱਪੜੇ ਸੁੱਕਣੇ ਪਾਉਂਦੀ ਦੀ ਨਜ਼ਰ ਜਦੋਂ ਮੁੰਡੇ ਦੇ ਉੱਪਰ ਪਈ ਤਾਂ ਅੱਖਾਂ ਚਾਰ ਹੋਈਆਂ ਤੇ ਜੀਤੋ ਹੱਸ ਪਈ। ਮੁੰਡਾ ਸੋਹਣਾ ਸੁਨੱਖਾ ਸੀ, ਜਿਹੋ ਜਿਹਾ ਉਹ ਚਾਹੁੰਦੀ ਸੀ। 4 ਕਿੱਲੇ ਪੈਲੀ ਆਉਂਦੀ ਸੀ ਤੇ ਆਪਦਾ ਮੋਟਰਸਾਈਕਲ। ਬਾਕੀ ਮਾਮੀ ਹੁਣੀ ਚਿਰਾਂ ਤੋਂ ਜਾਣਦੇ ਸੀ। ਜੀਤੋ ਨੇ ਹਾਂ ਕਰ ਦਿੱਤੀ। 15-20 ਬੰਦੇ ਬਰਾਤ ਆਈ। ਪਿੰਡ ਦੇ ਬਾਹਰ ਬਣੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਦੇ ਕੇ ਜੀਤੋ ਨੂੰ ਤੋਰ ਦਿੱਤਾ ਗਿਆ। ਕੁਝ ਨਵਾਂ ਪੁਰਾਣਾ ਸਮਾਨ ਇਕੱਠਾ ਕਰਕੇ ਤੇ ਪੇਟੀ ਦੂਜੇ ਦਿਨ ਉਸਦੇ ਸਹੁਰੇ ਘਰ ਭੇਜ ਦਿੱਤੀ। ਮਾਂ ਤੇ ਭਰਾ ਵਿਆਹ 'ਚ ਸ਼ਾਮਲ ਹੋਏ। ਪਿਓ ਨਾ ਆਇਆ।
ਕਿਉਂਕਿ ਉਸਦਾ ਪਿਓ ਗੁੱਸੇ ਸੀ ਵੀ ਉਸਨੇ ਬਿਨਾਂ ਵਜ੍ਹਾ ਹੀ ਪਹਿਲਾ ਰਿਸ਼ਤਾ ਤੋੜ ਦਿੱਤਾ ਸੀ। ਵਿਆਹ ਨੂੰ ਹੋਏ ਮਹੀਨਾ ਹੋਣ ਵਾਲਾ ਸੀ। ਸੁੱਖੀ ਸਾਂਦੀ ਦਿਨ ਬੀਤਦੇ ਗਏ। ਪੇਕੇ ਵੀ ਪ੍ਰਾਹੁਣੇ ਨਾਲ ਗੇੜਾ ਕੱਢ ਆਈ। ਉਹ ਵੀ ਉਸਦੇ ਨਿੱਕੇ ਨਿੱਕੇ ਸ਼ੌਂਕ ਪੂਰੇ ਕਰਦਾ ਸੀ। ਸਮੋਸੇ ਖਵਾਉਂਦਾ, ਕਦੇ ਗੋਲ ਗੱਪੇ ਖਵਾ ਕੇ ਖੁਸ਼ ਰੱਖਦਾ। ਕਦੇ ਦਾਰੂ ਪੀ ਕੇ ਆਉਂਦਾ ਤਾਂ ਉਹ ਬਾਲਾ ਨਾ ਗੌਲਦੀ, ਆਪਣੀਆਂ ਸੁਰਖੀਆਂ ਬਿੰਦੀਆਂ 'ਚ ਹੀ ਖੁਸ਼ ਰਹਿੰਦੀ। ਹੁਣ ਤਾਂ ਸੱਸ ਦੀ ਟੋਕਾ ਟਕਾਈ ਸ਼ੁਰੂ ਹੋ ਗਈ। ਖਰਚੇ ਵਧਣ ਲੱਗ ਗਏ। ਕਮਾਈ ਕੋਈ ਹੈ ਨਹੀਂ ਸੀ। 6 ਮਹੀਨਿਆਂ 'ਚ ਜੀਤੋ ਨੂੰ ਪਤਾ ਲੱਗ ਗਿਆ ਕਿ ਉਹ ਭੁੱਕੀ ਖਾਂਦਾ ਤੇ ਜ਼ਮੀਨ ਸ਼ਰੀਕਾਂ ਕੋਲ ਗਹਿਣੇ ਪਈ ਹੈ। ਘਰ ਦਾ ਗੁਜ਼ਾਰਾ ਮੱਝਾਂ ਦੇ ਦੁੱਧ ਤੋਂ ਹੀ ਹੁੰਦਾ ਹੈ। ਉਸਦਾ ਤਾਂ ਵਿਆਹ ਦਾ ਸਾਰਾ ਹੀ ਚਾਅ ਲੱਥ ਗਿਆ। ਬਸ ਫਿਰ ਕੀ ਸੀ, ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਨਿੱਤ ਰਾਤ ਨੂੰ ਉਹ ਰੱਜ ਕੇ ਆਉਂਦਾ, ਉਸਦੇ ਨਾਲ ਕੁੱਟਮਾਰ ਕਰਨ ਲੱਗ ਪਿਆ। ਦਿਨ ਵਕਤ ਘਰੋਂ ਬਾਹਰ ਹੀ ਰਹਿੰਦਾ। ਜੀਤੋ ਆਪਦਾ ਗੁੱਸਾ ਸੱਸ ਦੇ ਉੱਪਰ ਕੱਢਦੀ। ਸਾਲ ਤੋਂ ਬਾਅਦ ਉਹ ਰੁੱਸ ਕੇ ਪੇਕੇ ਚਲੀ ਜਾਂਦੀ ਤੇ ਕਦੇ ਨਾਨਕੇ ਚਲੀ ਜਾਂਦੀ। ਸਮਝਾ ਬੁਝਾ ਕੇ ਫੇਰ ਛੱਡ ਜਾਂਦੀ। ਐਵੇਂ ਹੀ ਕਰਦੇ ਕਰਾਉਂਦੇ ਉਸਦੇ 3 ਸਾਲ ਨਿਕਲ ਗਏ। ਇਸ ਕੰਜਰ ਕਲੇਸ਼ ਦੇ ਵਿੱਚ ਹੀ ਉਸਦੀ ਕੁੱਖ ਭਰ ਆਈ। ਉਹਨੇ ਉਸਦਾ ਵੀ ਕੋਈ ਬਾਲਾ ਚਾਅ ਨਾ ਕੀਤਾ। ਉਸਦੇ ਘਰ ਵਾਲੇ ਦਾ ਨਾਮ ਖੁਸ਼ਵੰਤ ਸੀ। ਖੁਸ਼ਵੰਤ ਦਿਨੋਂ ਦਿਨ ਨਸ਼ੇ ਦੇ ਵਿੱਚ ਧੱਸਦਾ ਜਾ ਰਿਹਾ ਸੀ। ਲੋਕਾਂ ਦਾ ਉਧਾਰ ਸਿਰ ਚੜ ਗਿਆ। ਜੀਤੋ ਨੇ ਜਵਾਕ ਪੇਕੇ ਘਰ ਹੀ ਜੰਮਿਆ। ਰੰਗ ਰੂਪ ਹੁਣ ਉਹ ਨਾ ਰਿਹਾ। ਧੂਣੀ ਵਾਂਗੂ ਧੁਖਦੀ ਰਹਿੰਦੀ। ਖਬਰ ਆਈ ਕਿ ਖੁਸ਼ਵੰਤ ਨੂੰ ਕਾਲਾ ਪੀਲੀਆ ਹੋ ਗਿਆ। ਮਹੀਨੇ ਕੁ ਦਾ ਮੁੰਡਾ ਲੈ ਕੇ ਉਹ ਸਹੁਰੇ ਘਰ ਵਾਪਸ ਆ ਗਈ। ਪਰ ਖੁਸ਼ਵੰਤ ਨੇ ਮੰਜਾ ਮੱਲ ਲਿਆ ਸੀ। ਦਵਾਈ ਬੂਟੀ ਦਾ ਵੀ ਕੋਈ ਅਸਰ ਨਹੀਂ ਸੀ ਹੋ ਰਿਹਾ। ਬਾਬਿਆਂ ਤੋਂ ਧਾਗੇ ਤਵੀਤ ਵੀ ਕਰਾਏ, ਸੇਵਾ ਸੰਭਾਲ ਵੀ ਕੀਤੀ। ਆਖਰ ਜੀਤੋ ਉਮਰ ਦੇ 26ਵੇਂ ਵਰ੍ਹੇ ਹੀ ਰੰਡੀ ਹੋ ਗਈ। ਆਪਦੇ ਆਪ ਨੂੰ ਹਾਰਿਆ ਮਹਿਸੂਸ ਕਰਦੀ ਤੇ ਜਿੰਦਾ ਲਾਸ਼ ਬਣੀ ਘਰ ਦੇ ਕੰਮ ਕਰਦੀ ਰਹਿੰਦੀ। ਉਸਦਾ ਮੁੰਡਾ ਉਸਦੀ ਸੱਸ ਹੀ ਸਾਂਭਦੀ। ਜੀਤੋ ਮੁੰਡੇ ਦਾ ਮੋਹ ਤਾਂ ਕਰਦੀ, ਪਰ ਮਾੜੀ ਤਕਦੀਰ ਦਾ ਗੁੱਸਾ ਵੀ ਜਵਾਕ 'ਤੇ ਹੀ ਕੱਢਦੀ ਰਹਿੰਦੀ। ਭਾਂਡੇ ਭੰਨਦੀ, ਕਦੇ ਕਮਲਿਆਂ ਵਾਂਗ ਹਰਕਤਾਂ ਕਰਦੀ ਰਹਿੰਦੀ। ਸੱਸ ਮਸ਼ਕਾਂ ਵਾਲੇ ਬਾਬੇ ਤੋਂ ਥੌਲਾ ਕਰਾ ਕੇ ਲਿਆਈ। ਕੁਝ ਦਿਨ ਠੀਕ ਰਹਿੰਦੀ, ਫਿਰ ਉਹੀ ਕੁਝ ਸ਼ੁਰੂ ਕਰ ਦਿੰਦੀ। ਇਸੇ ਤਰ੍ਹਾਂ ਸਮਾਂ ਨਿਕਲਦਾ ਗਿਆ। ਸਾਲ ਬੀਤ ਗਿਆ। ਇੱਕ ਦਿਨ ਅੱਕੀ ਹੋਈ ਸੱਸ ਨੇ ਸੁਨੇਹਾ ਘੱਲ ਕੇ ਜੀਤੋ ਦੇ ਮਾਮੇ ਨੂੰ ਸੱਦ ਲਿਆ ਤੇ ਕਿਹਾ, ਭਾਈ ਹੁਣ ਮੇਰੇ ਤੋਂ ਹੁਣ ਹੋਰ ਨਹੀਂ ਰੱਖੀ ਜਾਂਦੀ। ਇਹ ਘਰ ਚੂਹੇ ਖਾਂਦੇ ਐ, ਬਾਹਰ ਕਾਂ। ਅਜੇ ਕੀ ਉਮਰ ਐ, ਕੋਈ ਹੀਲਾ ਵਸੀਲਾ ਕਰ ਲਓ। ਮੈਂ ਤੇ 2 ਰੋਟੀਆਂ ਖਾਣੀਆਂ ਨੇ, ਆਪਦੇ ਨਿੱਕੇ ਮੁੰਡੇ ਦੇ ਘਰ ਬਹਿ ਕੇ ਖਾ ਲੂੰਗੀ। ਉਸਦਾ ਮਾਮਾ ਸਮਝ ਗਿਆ ਕਿ ਬੁੜੀ ਖਹਿੜਾ ਛਡਵਾਉਣਾ ਚਾਹੁੰਦੀ ਐ। ਨਿੱਕੇ ਦਾ ਦੁਬਈ ਦਾ ਵੀਜ਼ਾ ਆ ਗਿਆ। ਨਿੱਕਾ ਜੋ ਕਿ ਜੀਤੋ ਦਾ ਦਿਓਰ ਸੀ, ਉਹ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ। ਕੁਝ ਸੋਚਦੇ ਆਂ ਬੀਬੀ, ਕਹਿ ਕੇ ਮਾਮਾ ਪੱਗ ਦੇ ਲੜ ਨਾਲ ਅੱਖਾਂ ਪੂੰਝ ਕੇ ਚੌਂਕੇ 'ਚੋਂ ਗੋਡਿਆਂ 'ਚ ਸਿਰ ਦੇਈ ਬੈਠੀ ਜੀਤੋ ਤੇ ਇੱਕ ਨਜ਼ਰ ਮਾਰ ਕੇ ਉਸਨੂੰ ਬਿਨਾਂ ਮਿਲੇ ਹੀ ਬਾਹਰ ਨਿਕਲ ਗਿਆ। ਮਾਮਾ ਬੱਸ 'ਚ ਬੈਠੇ ਬੈਠੇ ਸੋਚੀ ਜਾ ਰਿਹਾ ਸੀ। ਉਸਦੇ ਦਿਮਾਗ ਦੇ ਵਿੱਚ ਆਇਆ ਕਿ ਜੀਤਵਾਲ ਆਪਦੇ ਪੁਰਾਣੇ ਵੇਲੀ ਨੂੰ ਮਿਲ ਕੇ ਜਾਂਦਾ ਹਾਂ, ਜੋ ਕਿ ਮੱਝਾਂ ਦਾ ਵਪਾਰ ਕਰਦਾ ਸੀ। ਜੀਤਵਾਲ ਮਾਮਾ ਰਾਤ ਰਿਹਾ। ਵਪਾਰੀ ਨੇ ਸਾਰੀ ਗੱਲ ਸਮਝ ਕੇ ਜਵਾਬ ਦਿੱਤਾ ਕਿ ਮੇਰੀ ਭੈਣ ਦੇ ਦਿਓਰ ਦੀ ਘਰਵਾਲੀ ਚੜ੍ਹਾਈ ਕਰ ਗਈ, 2 ਜਵਾਕ ਛੱਡ ਗਈ ਮਗਰ। ਮੇਰੀ ਭੈਣ ਹੀ ਰੋਟੀ ਦਿੰਦੀ ਐ,
ਜਵਾਕਾਂ ਨੂੰ। ਬੰਦਾ ਬੜਾ ਭਲਾ ਮਾਨਸ ਹੈ, 40 ਕੁ ਸਾਲਾਂ ਨੂੰ ਢੁਕਦਾ, ਜ਼ਮੀਨ ਜਾਇਦਾਦ ਖੁੱਲ੍ਹੀ ਹੈ। ਜਵਾਕਾਂ ਨੂੰ ਮਾਂ ਮਿਲ ਜਾਊ ਤੇ ਕੁੜੀ ਨੂੰ 2 ਵਕਤ ਦੀ ਰੋਟੀ। ਜੇ ਕਹੇ ਤਾਂ ਗੱਲ ਕਰਕੇ ਵੇਖ ਲੈਂਦਾ ਹਾਂ। ਮਾਮੇ ਨੇ ਜੀਤੋ ਦੇ ਪਿਓ ਨਾਲ ਗੱਲ ਕੀਤੀ। ਸਾਰਿਆਂ ਦੀ ਸਹਿਮਤੀ ਨਾਲ ਜੀਤੋ ਨੂੰ ਬਿਨਾਂ ਪੁੱਛੇ ਹੀ ਬਸੰਤ ਸਿੰਘ ਨਾਲ ਚੁੰਨੀ ਚੜ੍ਹਾ ਕੇ ਸਹੁਰਿਆਂ ਤੋਂ ਹੀ ਅੱਗੇ ਨਵੇਂ ਸਹੁਰੇ ਘਰ ਤੋਰ ਦਿੱਤਾ। ਸੱਸ ਨੇ ਉਸਦਾ ਮੁੰਡਾ ਦੇਣ ਤੋਂ ਨਾਂਹ ਕਰ ਦਿੱਤੀ। ਪੇਟੀ 'ਚੋਂ ਕੱਢ ਕੇ ਫੁਲਕਾਰੀ ਜੀਤੋ ਦੇ ਉੱਪਰ ਦੇ ਦਿੱਤੀ, ਪਰ ਪੇਟੀ ਉਸਦੇ ਪੁਰਾਣੇ ਸਹੁਰੇ ਘਰ ਹੀ ਰਹਿ ਗਈ। ਬਸੰਤ ਸਿੰਘ ਨੇ ਸਿਰਫ ਜਵਾਕਾਂ ਕਰਕੇ ਵਿਆਹ ਤਾਂ ਕਰਾ ਲਿਆ ਸੀ, ਪਰ ਪਹਿਲੀ ਦਾ ਮੋਹ ਉਸਦੇ ਅੰਦਰੋਂ ਕਦੇ ਵੀ ਨਾ ਗਿਆ। ਉਸਨੇ ਜੀਤੋ ਨੂੰ ਸਾਰੇ ਸੁੱਖ ਦਿੱਤੇ, ਕੱਪੜਾ ਲੀੜਾ ਸੋਨਾ ਚਾਂਦੀ, ਪਰ ਕਦੇ ਅਪਣਾਇਆ ਨਾ। ਸਾਰਾ ਦਿਨ ਬਸੰਤ ਪਿੰਡ ਦੇ ਬਾਹਰ ਡੇਰੇ ਦੇ ਵਿੱਚ ਹੀ ਬੈਠਾ ਰਹਿੰਦਾ। ਜੀਤੋ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ, ਜਵਾਕਾਂ ਨੂੰ ਪਿਆਰ ਕਰਦੀ, ਹੱਥੀਂ ਰੋਟੀ ਖਵਾਉਂਦੀ। ਕਦੇ ਆਪਣੇ ਪੁੱਤ ਦਾ ਮੋਹ ਉਸ ਨੂੰ ਸਾਰੀ ਰਾਤ ਸੌਣ ਨਾ ਦਿੰਦਾ। ਜਦੋਂ ਉਸਨੂੰ ਆਪਦੇ ਪੁੱਤਰ ਦੀ ਯਾਦ ਆਉਂਦੀ ਤਾਂ ਭੁੱਬਾਂ ਮਾਰ ਕੇ ਰੋਂਦੀ। ਫਿਰ ਉੱਠ ਕੇ ਘਰ ਦਾ ਸਾਰਾ ਕੰਮ ਧੰਦਾ ਕਰਦੀ। ਪੈਸੇ ਧੇਲੇ ਦੀ ਜ਼ਿੰਮੇਵਾਰੀ ਬਸੰਤ ਸਿੰਘ ਨੇ ਜੀਤੋ ਨੂੰ ਹੀ ਸੰਭਾਲ ਦਿੱਤੀ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਬਸੰਤ ਸਿੰਘ ਸਾਧਾਂ ਦੀ ਟੋਲੀ 'ਚ ਰਲ ਗਿਆ ਤੇ ਇੱਕ ਦਿਨ ਉਹ ਘਰੋਂ ਚਲਿਆ ਗਿਆ। ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ, ਪਰ ਬਸੰਤ ਸਿੰਘ ਮੁੜ ਘਰ ਵਾਪਸ ਨਾ ਆਇਆ। ਜੀਤੋ ਨੂੰ ਕੋਈ ਬਾਹਲਾ ਦੁੱਖ ਨਾ ਹੋਇਆ ਉਹਦੇ ਜਾਣ ਦਾ। ਘਰ ਵੀ ਉਹ ਸਾਧੂਆਂ ਵਾਲਾ ਜੀਵਨ ਹੀ ਜਿਉਂਦਾ ਸੀ। ਉਸ ਦਾ ਸੰਸਾਰੀ ਮੋਹ ਮੁੱਕ ਚੁੱਕਿਆ ਸੀ। ਜੀਤੋ ਨੇ ਕੁੜੀ ਦਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਕੁੜੀ ਦਾ ਰਿਸ਼ਤਾ ਉਸਦੀ ਭੂਆ ਨੇ ਹੀ ਬਾਹਰਲੇ ਮੁੰਡੇ ਨੂੰ ਕਰਵਾ ਦਿੱਤਾ ਤੇ ਕੁਝ ਸਾਲਾਂ ਬਾਅਦ ਕੁੜੀ ਆਪਣੇ ਭਰਾ ਨੂੰ ਵੀ ਆਪਣੇ ਕੋਲ ਹੀ ਬਾਹਰ ਲੈ ਗਈ। ਜੀਤੋ ਫੇਰ ਤੋਂ ਇਕੱਲੀ ਰਹਿ ਗਈ। ਕੰਧਾਂ ਕੌਲਿਆਂ ਨਾਲ ਗੱਲਾਂ ਕਰਦੀ, ਆਪਣੀ ਤਕਦੀਰ ਨੂੰ ਕੋਸਦੀ, ਬੂਹੇ ਵੱਲ ਤੱਕਦੀ ਰਹਿੰਦੀ। ਪੇਕਿਆਂ ਨਾਨਕਿਆਂ ਨੂੰ ਉਡੀਕਦੀ, ਕਦੇ ਮੰਜੇ ਡਾਹ ਲੈਂਦੀ ਤੇ ਕਦੇ ਖੜੇ ਕਰ ਦਿੰਦੀ। ਕਦੇ ਕੁੱਤੇ ਨੂੰ ਰੋਟੀ ਪਾਉਣ ਲੱਗੀ ਉਸਦੇ ਨਾਲ ਹੀ ਗੱਲਾਂ ਕਰੀ ਜਾਂਦੀ। ਆਉਂਦੀ ਜਾਂਦੀ ਵੀ ਨਹੀਂ ਸੀ ਕਿਸੇ ਦੇ। 8 ਪੜ੍ਹੀ ਕਰਕੇ ਪਾਠ ਵੀ ਕਰ ਲੈਂਦੀ ਸਵੇਰੇ ਸ਼ਾਮ। ਸਿਆਲਾਂ ਦੇ ਦਿਨ ਸੀ। ਇੱਕ ਦਿਨ ਜੇਠ ਦੇ ਮੁੰਡੇ ਨੇ ਆਵਾਜ਼ ਮਾਰ ਕੇ ਬੂਹਾ ਖਲਾਇਆ। ਜੀਤੋ ਦਾ ਚਿੱਤ ਘਬਰਾਇਆ ਤੇ ਉਸਨੇ ਅੰਦਰੋਂ ਹੀ ਕਿਹਾ ਕਿ ਸੁੱਖ ਹੈ। ਬਾਹਰ ਖੋਲ੍ਹਿਆ ਤਾਂ ਉਸਦੇ ਨਾਲ 2 ਹੋਰ ਮੁੰਡੇ ਸੀ। ਉਹਨਾਂ ਨੇ ਖੇਸੀਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਜੇਠ ਦੇ ਮੁੰਡੇ ਨੇ ਕਿਹਾ, ਚਾਚੀ ਇਹਨਾਂ ਨੇ ਰਾਤ ਕੱਟਣੀ ਹੈ, ਪ੍ਰਸ਼ਾਦਾ ਵੀ ਛਕਣਗੇ, ਬਾਹਰਲੀ ਬੈਠਕ ਦੇ ਵਿੱਚ ਪੈ ਜਾਣਗੇ। ਹਾਂ ਠੀਕ ਹੈ, ਕਹਿੰਦੀ ਦਾ ਉਸਦਾ ਧਿਆਨ ਮੁੰਡੇ ਦੀ ਖੇਸੀ ਦੇ ਵੱਲ ਗਿਆ ਤੇ ਖੇਸੀ ਨੂੰ ਹੱਥ ਲਾ ਕੇ ਤੇ ਆਪਣੀਆਂ ਐਨਕਾਂ ਠੀਕ ਕਰਦੀ ਹੋਈ ਨੇ ਕਿਹਾ, ਤੂੰ ਖੁਸ਼ਵੰਤ ਦਾ ਮੁੰਡਾ ਹੈ? ਅੱਗਿਓਂ ਮੁੰਡਾ ਕਹਿਣ ਲੱਗਿਆ, ਮਾਤਾ ਤੂੰ ਖੁਸ਼ਵੰਤ ਨੂੰ ਕਿਵੇਂ ਜਾਣਦੀ ਐ? ਉਹਨੂੰ ਤਾਂ ਮਰੇ ਹੋਏ ਨੂੰ ਵੀ 20 ਸਾਲ ਹੋ ਗਏ। ਪੁੱਤ, ਮੈਂ ਖੁਸ਼ਵੰਤ ਨੂੰ ਨਹੀਂ, ਆਪਦੇ ਹੱਥੀਂ ਬੁਣੀ ਹੋਈ ਆਹ ਖੇਸੀ ਨੂੰ ਪਹਿਚਾਣ ਲਿਆ। ਮੁੰਡੇ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਤੁਰੇ। ਉਸ ਨੂੰ ਦੱਸਿਆ ਗਿਆ ਸੀ ਕਿ ਉਸਦੀ ਮਾਂ ਮਰ ਚੁੱਕੀ ਹੈ। ਮਾਂ ਦੀ ਨਿਸ਼ਾਨੀ ਪੇਟੀ ਹੀ ਸੀ ਉਸਦੇ ਕੋਲ ਬਸ। ਫਿਰ ਉਸਨੇ ਦੱਸਿਆ ਸਾਰੀ ਗੱਲਬਾਤ ਕਿ ਮੇਰੇ ਨਾਲ ਕਿੱਦਾਂ ਹੋਇਆ ਤੇ ਮੈਂ ਕਿਵੇਂ ਇੱਥੇ ਆਈ। ਮਾਂ ਪੁੱਤ ਦਾ ਮਿਲਾਪ ਹੋਇਆ।
ਸਵੇਰੇ ਜਾਣ ਲੱਗਿਆਂ ਦੀਪਾ, ਜੋ ਕਿ ਜੀਤੋ ਦਾ ਮੁੰਡਾ ਸੀ, ਆਪਣੀ ਮਾਂ ਨੂੰ ਗਲ ਲਾ ਕੇ ਕਹਿ ਗਿਆ, ਮੈਂ ਆਉਂਦਾ ਜਾਂਦਾ ਰਹੂੰਗਾ ਮਾਂ, ਦਰਵਾਜ਼ਾ ਖੁੱਲ੍ਹਾ ਰੱਖੀਂ। ਉਹ ਸਾਲ ਮੁੰਡਿਆਂ ਦੇ ਨਾਲ ਆਉਂਦਾ ਜਾਂਦਾ ਰਿਹਾ, ਮਾਂ ਦੇ ਹੱਥਾਂ ਦੀਆਂ ਰੋਟੀਆਂ ਵੀ ਖਾਂਦਾ ਰਿਹਾ। ਇੱਕ ਦਿਨ ਉਹ ਆਪਣੀ ਘਰਵਾਲੀ, ਜਿਸ ਦੇ ਬੱਚਾ ਹੋਣ ਵਾਲਾ ਸੀ, ਮਾਂ ਦੇ ਕੋਲ ਉਸ ਨੂੰ ਛੱਡ ਕੇ ਆਪ ਸਿੰਘਾਂ ਦੇ ਨਾਲ ਚਲਿਆ ਗਿਆ। ਹੋਇਆ ਕਿ ਸਵੇਰ ਨੂੰ ਉਹ ਅਖਬਾਰ ਦੀ ਖਬਰ ਬਣ ਗਿਆ। ਸਭ ਤਕਦੀਰਾਂ ਦੇ ਸੌਦੇ ਹੁੰਦੇ ਨੇ। ਜੀਤੋ 'ਚ ਚਾਹੇ ਸਾਰੇ ਗੁਣ ਸੀ, ਉਸ ਨੇ ਉਮਰ ਤੇ ਵਕਤ ਦੇ ਨਾਲ ਸਮਝੌਤੇ ਕੀਤੇ। ਉਹ ਅੜਬਣੀ ਨਹੀਂ ਸੀ, ਪਰ ਅੜਬ ਤਕਦੀਰ ਦਾ ਦੋਸ਼ ਕਿਸ ਨੂੰ ਦੇਈਏ। ਹੁਣ ਉਸ ਦੀ ਨੂੰਹ ਉਸ ਦੇ ਕੋਲ ਰਹਿ ਗਈ ਸੀ ਤੇ ਉਸ ਨੂੰ ਵੀ ਉਸ ਦੇ ਪੇਕੇ ਆ ਕੇ ਵਾਪਸ ਲੈ ਗਏ ਸੀ। ਫਿਰ ਤੋਂ ਜੀਤੋ ਇਕੱਲੀ ਹੀ ਰਹਿ ਗਈ, ਬਿਨਾਂ ਕਿਸੇ ਸਹਾਰੇ ਦੇ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।